बोले सोने हाल सासरी अकाल। तो प्रेम खेलन का चाओ, सिर धार तली गली मेरी आओ। इत मार्ग पैर तरीजै, सिर दीजै कान न कीजै। इत मार्ग पैर तरीजै, सिर दीजै कान न कीजै। परम सत्कारयोग गुरु रूप गुरु प्यारी गुरु सवारी साध संगत, अज आप जी सत्कारयोग गुरु के प्यारे गुरु के दुलारे गुरु के लखते जिगर जिगर दे टोटे चार साहिबजादियां दी पावन शहादत नूं समर्पित हो करके, गुरु के प्यारे ਸਿੰਘਾਂ ਦੀ शहादत नूं समर्पित हो करके ਅਤੇ ਬਿਰਧ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਕਰਕੇ ਗੁਰਮਤਿ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਦਾਸ ਤੋਂ ਪਹਿਲਾਂ ਇੱਥੋਂ ਦੇ ਰਾਗੀ ਜਥੇ ਪਾਸੋਂ ਬੜੇ ਹੀ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਗੁਰਬਾਣੀ ਦੇ ਅਮੋਲਕ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ ਹੈ। ਕੁਝ ਕੀਮਤੀ ਵਿਚਾਰਾਂ ਵੀ ਭਾਈ ਸਾਹਿਬ ਆਪ ਜੀ ਦੇ ਨਾਲ ਸਾਂਝੀਆਂ ਕਰਕੇ ਗਏ ਹਨ। ਸਤਿਗੁਰੂ ਦੀ ਹਜ਼ੂਰੀ ਵਿੱਚ ਸੱਜ ਕੇ ਬੈਠੀ ਹੋਈ ਸਮੂਹ ਸਾਧ ਸੰਗਤ, ਆਓ ਗੁਰੂ ਕਲਗੀਧਰ ਪਿਤਾ ਜੀ ਦੇ ਪਰਿਵਾਰ ਦੇ ਅਤੇ ਉਹਨਾਂ ਦੇ ਪ੍ਰੇਮ ਵਿੱਚ ਭਿੱਜ ਕੇ ਜਿਹੜੇ ਸਿੰਘਾਂ ਨੇ ਸ਼ਹਾਦਤ ਦਿੱਤੀ ਹੈ, ਉਸ ਇਤਿਹਾਸ ਨੂੰ, ਉਸ ਲਾਸਾਨੀ ਇਤਿਹਾਸ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਕੀ ਫਤਿਹ ਬੁਲਾਓ ਸਮੂਹ ਸੰਗਤ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਦੀ ਬਾਣੀ ਪੜ੍ਹਦਿਆਂ ਬਾਬਾ ਫਰੀਦ ਸਾਹਿਬ ਇੱਕ ਗੱਲ ਕਹਿੰਦੇ ਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਕਹਿੰਦੇ ਸੱਚੇ ਆਸ਼ਿਕ ਉਹ ਹੁੰਦੇ ਆ ਜਿਹੜੇ ਆਪਣੇ ਪਿਆਰੇ ਦੇ ਰੰਗ ਵਿੱਚ, ਆਪਣੇ ਪਿਆਰੇ ਦੀ ਆਵਾਜ਼ ਵਿੱਚ ਰੰਗੇ ਜਾਣ, ਆਪਣੇ ਪਿਆਰੇ ਦੀ ਸੋਚ ਵਿੱਚ ਸਮਾ ਜਾਣ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਪਰ ਕੱਚੇ ਆਸ਼ਿਕ ਉਹ ਗਿਣੇ ਜਾਂਦੇ ਆ ਜਿਹੜੇ ਇਸ ਧਰਤੀ ਤੇ ਪਰਮੇਸ਼ਰ ਮਾਲਕ ਰੂਪੀ ਪਰਮੇਸ਼ਰ ਨੂੰ ਭੁੱਲ ਕੇ ਦਿਲ ਦੀ ਸਾਂਝ ਸੰਸਾਰ ਨਾਲ, ਸੰਸਾਰ ਦੀਆਂ ਚੀਜ਼ਾਂ ਨਾਲ ਪਾ ਲੈਂਦੇ। ਮਹਾਰਾਜ ਨੇ ਸ਼ਬਦ ਵਰਤੇ ਵਿਸਰਿਆ ਜਿਨ ਨਾਮ। ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਮਾਲਕ ਜੀ ਦਾ ਨਾਮ ਵਿਸਰ ਗਿਆ, ਨਾਮ ਭੁੱਲ ਗਿਆ, ਕਹਿੰਦੇ ਉਹ ਇਸ ਧਰਤੀ ਤੇ ਭਾਰ ਨੇ। ਵਿਸਰਿਆ ਜਿਨ ਨਾਮ, ਕਹਿੰਦੇ ਇਸ ਧਰਤੀ ਉੱਤੇ ਭਾਰ ਨੇ। ਤੇ ਸਾਧ ਸੰਗਤ ਅੱਜ ਦੁਨੀਆ ਦੇ ਮੁਤਾਬਕ ਨਵਾਂ ਸਾਲ ਚੜ੍ਹਨਾ ਹੈ, ਪੁਰਾਣਾ ਸਾਲ ਜਾ ਰਿਹਾ। ਤੇ ਇੱਕ ਗੱਲ ਯਾਦ ਰੱਖੋ, ਅਸਲ ਦੇ ਵਿੱਚ ਈਸਾਈਅਤ ਕੈਲੰਡਰ ਮੁਤਾਬਕ ਇਹ ਜਿਹੜਾ ਨਵਾਂ ਸਾਲ ਆਰੰਭ ਹੋ ਰਿਹਾ ਹੈ ਤੇ ਪੁਰਾਣਾ ਸਾਲ ਜਾ ਰਿਹਾ। ਸਾਡੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਨੇ ਤੇ ਸ਼ਬਦ ਵਰਤੇ ਆ ਸਾਨੂੰ ਸਮਝਾਉਣ ਵਾਸਤੇ ਕਿ ਜਿਸ ਸਮੇਂ ਦੀ ਤੁਸੀਂ ਗੱਲ ਕਰਦੇ ਜੇ ਕਿ ਉਹ ਸਾਲ, ਉਹ ਦਿਨ, ਜਿਸ ਦਿਨ ਬਣਿਆ ਸੀ, ਜਿਸ ਦਿਨ ਇਸ ਦਿਨ ਦੀ ਹੋਂਦ ਬਣੀ ਸੀ, याद रखो वो दिन केड़ा है। कवन सवेला वक्त कवन
ਕਵਣ ਥਿਤ ਕਵਣ ਵਾਰ, ਕਵਣ ਸਰੂਤੀ ਮਾ ਕਵਣ ਜਿਤ ਹੋਆ ਆਕਾਰ। ਮਹਾਰਾਜ ਕਹਿੰਦੇ ਕੋਈ ਨਹੀਂ ਜਾਣਦਾ, ਸਾਰੇ ਆਪੋ ਆਪਣੇ ਤਰੀਕੇ ਨਾਲ ਸਾਲ ਮਨਾਉਂਦੇ ਆ। ਇਹ ਸਚਾਈ ਹੈ। ਪਰ ਅੱਜ ਝੂਠੇ ਜਸ਼ਨਾਂ ਵਿੱਚ ਖਚਤ ਲੋਕ, ਯਾਦ ਰੱਖੋ ਇਸ ਦਸੰਬਰ ਮਹੀਨੇ ਹੋਈਆਂ, ਖਾਸ ਕਰਕੇ ਗੁਰੂ ਕੇ ਸਿੱਖ, ਉਹਨਾਂ ਨੂੰ ਅਕਿਰਤ ਘਣ ਨਹੀਂ ਬਣਨਾ ਚਾਹੀਦਾ। ਕਿਉਂਕਿ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਜੇ ਪਰ ਉਪਕਾਰ ਹੀ ਭੁੱਲ ਜਾਓ, ਜੇ ਉਹਨਾਂ ਦੀਆਂ ਮਹਾਨ ਸ਼ਹਾਦਤਾਂ ਦੇ ਕੇ ਜਿਨ੍ਹਾਂ ਨੇ ਸਾਨੂੰ ਇਹ ਜੀਵਨ ਦਿੱਤਾ, ਇਹ ਸੁੱਖ ਆਰਾਮ ਦਿੱਤੇ, ਜੇ ਉਹਨਾਂ ਦੀ ਸ਼ਹਾਦਤ ਨੂੰ ਭੁੱਲ ਜਾਓ ਤੇ ਉਹਦੇ ਤੋਂ ਵੱਡਾ ਅਕਿਰਤ ਘਣ ਕੋਈ ਨਹੀਂ, ਜਿਹੜਾ ਪਰ ਉਪਕਾਰ ਹੀ ਭੁੱਲ ਜਾਏ। ਉਹ ਇਸ ਧਰਤੀ ਤੇ ਬੋਝ ਆ। ਮਹਾਰਾਜ ਸਤਿਗੁਰੂ ਜੀ ਦੀ ਬਾਣੀ ਸਾਨੂੰ ਇਸ ਗੱਲ ਦੀ ਪ੍ਰੇਰਣਾ ਦਿੰਦੀ ਆ, ਤੂੰ ਵੀ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਰਹਿ। ਤੇ ਇੱਕ ਗੱਲ ਯਾਦ ਰੱਖ, ਜੇ ਲੋੜ ਪਵੇ ਧਰਮ ਦੀ ਖਾਤਰ ਮਰ ਮਿਟਣ ਦੀ, ਤੇ ਉਹ ਯੁਰਤ ਵੀ ਤੇਰੇ ਅੰਦਰ ਪੈਦਾ ਹੋਣੀ ਬੜੀ ਜ਼ਰੂਰੀ ਹੈ। ਇਹ ਸ਼ਬਦ ਵਰਤੇ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ, ਤੇਰੇ ਅੰਦਰ ਦੀਨ ਦੇ ਵਾਸਤੇ, ਧਰਮ ਦੇ ਵਾਸਤੇ ਉਹ ਅਣਖ ਪੈਦਾ ਹੋ ਗਈ ਹੈ, ਜਿਸ ਅਣਖ ਦੀ ਜ਼ਰੂਰਤ ਹੈ, ਤੇ ਯਾਦ ਰੱਖ, ਜੇ ਸੱਚਮੁੱਚ ਪ੍ਰੇਮ ਵਿੱਚ ਭਿੱਜਾ ਹੋਇਆ ਹੈ, ਤੇ ਇਹ ਕੋਈ ਸੌਦਾ ਮਾੜਾ ਨਹੀਂ ਕਿ ਪ੍ਰੇਮ ਦੀ ਖਾਤਰ ਤੈਨੂੰ ਮਰ ਮਿਟਣਾ ਵੀ ਪਵੇ। ਇਹ ਸਰੀਰ, ਇਹ ਜੀਵਨ ਗੁਰੂ ਦੇ ਦਿੱਤੇ ਅਸੂਲਾਂ ਤੋਂ, ਗੁਰਮਤ ਦੇ ਅਸੂਲਾਂ ਤੋਂ, ਯਾਦ ਰੱਖੋ ਇਹ ਸਰੀਰ ਵੀ ਵਾਰਨ ਦੀ ਜ਼ਰੂਰਤ ਪਵੇ ਤੇ ਵਾਰ ਦਿਆਂਗੇ, ਪਰ ਯਾਦ ਰੱਖੋ ਉਹ ਸਿਧਾਂਤ ਨਹੀਂ ਵਿਗੜਨ ਦਿਆਂਗੇ। ਗੁਰੂ ਕਲਗੀਧਰ ਪਿਤਾ ਮਹਾਰਾਜ ਦੇ ਲਖਤੇ ਜਿਗਰ, ਜਿਗਰ ਦੇ ਟੋਟਿਆਂ ਨੇ ਬਸ ਇਸੇ ਸਨੇਹੀ ਨੂੰ ਮਨ ਵਿੱਚ ਵਸਾ ਲਿਆ ਕਿ ਸਰੀਰ ਜਾਂਦਾ ਹੈ ਤੇ ਜਾਵੇ, ਜ਼ਿੰਦਗੀ ਜਾਂਦੀ ਆ ਤੇ ਜਾਵੇ, ਪਰ ਸਿਧਾਂਤ ਤੋਂ ਨਹੀਂ ਡੋਲਣਾ। ਸਿਧਾਂਤ ਤੋਂ ਡੋਲਿਆ ਹੋਇਆ ਅਕਿਰਤ ਘਣ ਹੈ। ਸਿਧਾਂਤ ਤੋਂ ਨਹੀਂ ਜਿਹੜਾ ਡੋਲਣਾ, ਸਿਧਾਂਤ ਨੂੰ ਨਹੀਂ ਭੁਲਾਉਣਾ। ਸਾਧ ਸੰਗਤ, ਪ੍ਰਿੰਸੀਪਲ ਜੋਗਿੰਦਰ ਸਿੰਘ ਨੇ ਗੁਰਮਤ ਪ੍ਰਕਾਸ਼, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਦਾ ਹੈ, ਉਹਦੇ ਵਿੱਚ ਇੱਕ ਲੇਖ ਲਿਖਿਆ, ਸ਼ਹਾਦਤ ਹੁੰਦਾ ਹੈ। ਉਹਨਾਂ ਦੇ ਅੰਦਰ ਜੋਸ਼ ਭਰਦਾ ਹੈ, ਅਤਿਆਚਾਰ ਦੇ ਵਿਰੁੱਧ ਡਟ ਕੇ ਖੜਨ ਦੀ ਉਹਨਾਂ ਅੰਦਰ ਹਿੰਮਤ ਜਗਾ ਦਿੰਦਾ। ਮਹਾਰਾਜ ਗੁਰੂ ਕਲਗੀਧਰ ਪਿਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਬੜਾ ਵੱਡਾ ਫੈਸਲਾ ਲੈਂਦੇ ਆ। ਫੈਸਲਾ ਪਤਾ ਕੀ ਲਿਆ ਪਾਤਸ਼ਾਹ ਨੇ? ਮਹਾਰਾਜ ਨੇ ਫੈਸਲਾ ਲਿਆ ਕਿ ਜਿਹੜੇ ਲੋਕ ਬਾਹਰੋਂ ਹਮਲਾ ਕਰਦੇ ਆ, ਇਸ ਦੇਸ਼ ਨੂੰ ਲੁੱਟਦੇ ਆ, ਇੱਥੋਂ ਦੇ ਲੋਕਾਂ ਨੂੰ ਉਜਾੜ ਦਿੰਦੇ ਆ, ਤਬਾਹ ਕਰ ਦਿੰਦੇ ਆ, ਤੇ ਇੱਥੋਂ ਦੇ ਲੋਕਾਂ ਦੀ ਕਮਜ਼ੋਰੀ ਨੂੰ ਵੇਖਿਆ ਕਿ ਪਹਿਲੀ ਗੱਲ ਵੇਖੀ ਕਿ ਉਹਨਾਂ ਨੂੰ ਰੋਕਣਾ ਕਿਵੇਂ, ਦੂਜੀ ਗੱਲ ਵੇਖੀ ਕਿ ਇਹਨਾਂ ਲੋਕਾਂ ਦੀ ਕਮਜ਼ੋਰੀ ਕੀ ਆ, ਤੇ ਕਮਜ਼ੋਰੀ ਸਭ ਤੋਂ ਵੱਡੀ ਸਾਹਮਣੇ ਆਈ ਕਿ ਲੋਕ ਅਸਲ ਦੇ ਵਿੱਚ ਆਪਸ ਦੇ ਵਿੱਚ ਪਾਟੇ ਪਏ ਨੇ। ਇਹਨਾਂ ਲੋਕਾਂ ਨੂੰ ਸਿਰਫ ਤੇ ਸਿਰਫ ਆਪਣੀ ਉਸ ਵਿਚਾਰਧਾਰਾ ਨਾਲ ਪਿਆਰ ਹੈ ਜਿਹੜੀ ਦੂਜਿਆਂ ਨੂੰ ਗੁਲਾਮ ਬਣਾਉਂਦੀ ਆ। ਆਪਣੀ ਉੱਚੀ ਜਾਤ ਨੂੰ ਪਿਆਰ ਕਰਦੇ ਆ ਤੇ ਨੀਵੇਂ ਲੋਕਾਂ ਨੂੰ ਨੀਵਾਂ ਸਮਝਦੇ ਆ, ਉਹਨਾਂ ਨੂੰ ਮੰਦਰਾਂ ਚੋਂ ਧੱਕੇ ਦਿੰਦੇ ਆ, ਉਹਨਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦੇ, ਧਾਰਮਿਕ ਗ੍ਰੰਥ ਨਹੀਂ ਪੜਨ ਦਿੰਦੇ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਹਵਾਲਾ ਲਵਾਂਗੇ। ਇੱਥੇ ਤੇ ਭਗਤ ਨਾਮਦੇਵ ਜੀ ਦੇ ਨਾਲ ਇਹ ਕੁਝ ਵਾਪਰਿਆ। ਉਹਨਾਂ ਨੇ ਸ਼ਬਦ ਲਿਖੇ, ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਦੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਕਹਿੰਦੇ ਮੈਨੂੰ ਇਸ ਮੰਦਰ ਦੇ ਵਿੱਚੋਂ ਧੱਕੇ ਪਏ, ਸ਼ੂਦ ਸ਼ੂਦ ਕੇ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਹੇ ਵਾਹਿਗੁਰੂ, ਹੇ ਅੱਲਾ, ਹੇ ਖੁਦਾ, ਮੈਂ ਕਿਸ ਪਾਸੇ ਜਾਵਾਂ? ਇਹ ਲੋਕ ਮੈਨੂੰ ਮੰਦਰਾਂ ਚੋਂ, ਤੇਰਾ ਘਰ ਜਿਹਨੂੰ ਕਹਿੰਦੇ ਉਸ ਘਰ ਚੋਂ ਧੱਕੇ ਮਾਰ ਰਹੇ। ਇਹ ਹਾਲਾਤ ਜਿਹੜੇ ਬਣੇ ਸਨ, ਗੁਰੂ ਕਲਗੀਧਰ ਮਹਾਰਾਜ ਨੇ ਵੇਖਿਆ ਕਿ ਇਹਨਾਂ ਲੋਕਾਂ ਨੂੰ ਇਹ ਬਰਾਬਰਤਾ ਦਾ ਦਰਜਾ ਨਹੀਂ ਦੇ ਰਹੇ। ਸਾਹਿਬ ਨੇ ਇੱਕ ਪ੍ਰਣ ਕੀਤਾ, ਆਖਿਆ ਮੈਂ ਇਹਨਾਂ ਦੇ ਅੰਦਰ ਇਹੋ ਜਿਹੀ ਅਣਖ ਜਗਾਵਾਂਗਾ, ਇਹਨਾਂ ਨੂੰ ਖੰਡੇ ਦੀ ਪੌਲ ਦਿਆਂਗਾ, ਇਹਨਾਂ ਨੂੰ ਬਰਾਬਰ ਕਰ ਦਿਆਂਗਾ, ਇਹਨਾਂ ਦੇ ਜੀਵਨ ਵਿੱਚ ਅਣਖ ਭਰ ਦਿਆਂਗਾ। ਮਹਾਰਾਜ ਨੇ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਇਕੱਠ ਕੀਤਾ। ਉਹਦੇ ਵਿੱਚ ਪਹਾੜੀ ਰਾਜੇ,
ਇਸ ਕਰਕੇ ਨਹੀਂ ਆਏ ਕਿਉਂਕਿ ਉਹਨਾਂ ਦਾ ਸਭ ਤੋਂ ਵੱਡਾ ਸਭ ਤੋਂ ਪਹਿਲਾ ਸਵਾਲ ਸੀ ਕਿ ਜੇ ਤੁਸੀਂ ਸਾਨੂੰ ਇਹਨਾਂ ਦੇ ਕੋਲ ਬਿਠਾ ਕੇ ਤੁਸੀਂ ਖੰਡੇ ਦੀ ਪੌਲ ਦਿਓਗੇ, ਅਸੀਂ ਖੰਡੇ ਦੀ ਪੌਲ ਨਹੀਂ ਲਵਾਂਗੇ। ਜੇ ਤੁਸੀਂ ਇਹਨਾਂ ਨਾਲ ਬਿਠਾ ਕੇ ਲੰਗਰ ਛਕਾਓਗੇ, ਅਸੀਂ ਲੰਗਰ ਨਹੀਂ ਛਕਾਂਗੇ। ਇਹ ਲੋਕ ਨੀਵੇਂ ਨੇ, ਇਹਨਾਂ ਲੋਕਾਂ ਨੂੰ ਧਰਮ ਦੀ ਆਜ਼ਾਦੀ ਕੋਈ ਨਹੀਂ, ਧਰਮ ਪੜ੍ਹਨ ਦੀ ਆਜ਼ਾਦੀ ਕੋਈ ਨਹੀਂ। ਇਹਨਾਂ ਲੋਕਾਂ ਨੂੰ ਸ਼ੂਦਰ ਕਿਹਾ ਹੈ ਤੇ ਇਹ ਨੀਵੀਂ ਜਾਤ ਦੇ ਨੇ, ਅਸੀਂ ਇਹਨਾਂ ਨਾਲ ਬੈਠ ਨਹੀਂ ਸਕਦੇ। ਤੁਸੀਂ ਆਪ ਸੋਚ ਕੇ ਵੇਖੋ, ਮਹਾਰਾਜ ਨੇ ਆਖਿਆ ਸਿਧਾਂਤ ਨਹੀਂ ਬਦਲਣਾ, ਇਨਹੀ ਤੇ ਪੰਡਤ ਉਪਜਾਊ। ਕਹਿੰਦੇ ਇਹਨਾਂ ਵਿੱਚੋਂ ਮੈਂ ਪੰਡਤ ਪੈਦਾ ਕਰ ਦੇਣੇ ਆ, ਕਥਾ ਕਰਨ ਕੀ ਰੀਤ ਸਿਖਾਊ। ਉਹ ਲੋਕ ਧਰਮ ਦੀਆਂ ਬਾਤਾਂ ਪਾਇਆ ਕਰਨਗੇ। ਮਾਣ ਕਰਿਆ ਕਰੋ, ਗੁਰੂ ਕਲਗੀਧਰ ਪਿਤਾ ਨੇ ਸਾਨੂੰ ਇਹ ਮਾਣ ਬਖਸ਼ਿਆ, ਸਾਨੂੰ ਇਹ ਇੱਜ਼ਤ ਬਖਸ਼ੀ ਕਿ ਅੱਜ ਅਸੀਂ ਬੈਠ ਕੇ ਧਰਮ ਪੜ੍ਹ ਰਹੇ ਹਾਂ। ਇਸ ਗੱਲ ਨੂੰ ਪ੍ਰਵਾਨ ਕਰਿਆ ਕਰੋ। ਗੁਰੂ ਕਲਗੀਧਰ ਪਿਤਾ ਪਾਤਸ਼ਾਹ ਮਹਾਰਾਜ ਦੀ ਇਸ ਵਿਚਾਰ ਤੇ ਮਾਣ ਕਰੋ। ਮਹਾਰਾਜ ਨੇ ਆਖਿਆ ਇਨਹੀ ਤੇ ਪੰਡਤ ਉਪਜਾਊ, ਕਥਾ ਕਰਨ ਕੀ ਰੀਤ ਸਿਖਾਊ। ਕਹਿੰਦੇ ਇਹਨਾਂ ਵਿੱਚ ਮੈਂ ਇਹੋ ਜਿਹੇ ਯੋਧੇ ਪੈਦਾ ਕਰ ਦੇਣੇ ਆ, ਇਹਨਾਂ ਨੂੰ ਸ਼ਸਤਰ ਧਾਰੀ ਬਣਾ ਦੇਣਾ ਹੈ ਤੇ ਯੁੱਧ ਵਿੱਚ ਮੁਕਾਬਲਾ ਕਰਿਆ ਕਰਨਗੇ ਸੂਰਮੇ ਬਣ ਕੇ। ਇਨਹੀ ਤੇ ਪੰਡਤ ਉਪਜਾਊ, ਕਥਾ ਕਰਨ ਕੀ ਰੀਤ ਸਿਖਾਊ। ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਕਹਿੰਦੇ ਇਹਨਾਂ ਗਰੀਬਾਂ ਨੂੰ ਜਿਨ੍ਹਾਂ ਨੂੰ ਲਤਾੜਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਨੀਵੀਂ ਜਾਤ ਦਾ ਕਿਹਾ ਜਾ ਰਿਹਾ ਹੈ, ਇਹਨਾਂ ਦੇ ਵਿੱਚ ਇਹੋ ਜਿਹੀ ਅਣਖ ਜਗਾ ਦਿਆਂਗਾ ਕਿ ਇਹ ਆਪ ਮਹਾਰੇ ਪਾਤਸ਼ਾਹੀ ਇਹਨਾਂ ਨੂੰ ਪ੍ਰਾਪਤ ਹੋ ਜਾਏਗੀ। ਪਾਤਸ਼ਾਹੀ ਮਹਾਰਾਜ ਪਾਤਸ਼ਾਹ ਇਸ ਗੱਲ ਦਾ ਪ੍ਰਚਾਰ ਕਰਦੇ ਆ ਕਿ ਅਣਖਹੀਣਾ ਜੀਵਨ ਕਿਸੇ ਵੀ ਕੰਮ ਦਾ ਨਹੀਂ। ਜਿੱਥੇ ਅਣਖ ਨਹੀਂ, ਯਾਦ ਰੱਖੋ ਉਹ ਜੀਵਨ, ਉਹ ਜ਼ਿੰਦਗੀ ਤਬਾਹ ਹੈ। ਗੁਰੂ ਬਾਬੇ ਨਾਨਕ ਮਹਾਰਾਜ ਵਾਸਤੇ ਭਾਈ ਗੁਰਦਾਸ ਜੀ ਸ਼ਬਦ ਵਰਤਦੇ ਆ, ਸਿੰਘ ਗਰਜਨ। ਅਸੀਂ ਗੁਰੂ ਬਾਬੇ ਨੂੰ ਇਸ ਵਰਗਾ ਪੇਸ਼ ਹੀ ਨਹੀਂ ਕਰ ਪਾਏ। ਬਾਬਰ ਵਰਗਿਆਂ ਦੇ ਸਾਹਮਣੇ ਮਹਾਰਾਜ ਜਾ ਕੇ ਉਹਨਾਂ ਨੂੰ ਜਾਬਰ ਕਹਿੰਦੇ ਆ ਤੇ ਬਾਬਰ ਇੱਕ ਵਾਰੀ ਹੈਰਾਨ ਰਹਿ ਜਾਂਦਾ ਏ। ਅੱਖਾਂ ਵਿੱਚ ਅੱਖਾਂ ਪਾ ਕੇ ਹਿੰਦੁਸਤਾਨ ਦੇ ਵਿੱਚ ਵੀ ਕੋਈ ਹੈਗਾ ਜਿਹੜਾ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਸਕੇ? ਗੁਰੂ ਨਾਨਕ ਮਹਾਰਾਜ ਨੇ ਕੀਤੀ। ਵੇਖੋ ਦਸਮ ਪਾਤਸ਼ਾਹ ਤੱਕ ਇੱਕ ਐਸੀ ਲਾਸਾਨੀ ਵਿਚਾਰ, ਇੱਕ ਐਸੀ ਕੌਮ ਪੈਦਾ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਇਹਨਾਂ ਅਤਿਆਚਾਰਾਂ ਦੇ ਵਿਰੁੱਧ ਡਟ ਕੇ ਇਹਨਾਂ ਦਾ ਮੁਕਾਬਲਾ ਕਰ ਸਕਦੀ ਸੀ। ਪਹਿਲਾਂ ਇਹਨਾਂ ਦੀ ਹਾਲਤ ਇੱਥੋਂ ਤੱਕ ਸੀ ਕਿ ਜਿਹੜੇ ਕਹਿੰਦੇ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉਡੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾऊं। ਕਹਿੰਦੇ ਸਾਡਾ ਕੰਮ ਤਕੜੀ ਤੋਲਣਾ ਹੈ। ਸਾਡਾ ਅਸੀਂ ਤੇ ਚਿੜੀ ਉੱਡ ਜਾਏ ਉਹਦੇ ਫਰ ਤੋਂ ਵੀ ਕੰਬ ਜਾਂਦੇ, ਚਿੜੀ ਉੱਡ ਜਾਏ ਉਹਦੇ ਫਰ ਤੋਂ ਵੀ ਜਿਹੜਾ ਡਰ ਜਾਂਦੇ ਆ। ਚਿੜੀ ਉੱਡੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾऊं। ਮਹਾਰਾਜ ਨੇ ਵੇਖਿਆ ਇਹਨਾਂ ਦੇ ਅੰਦਰ ਅਣਖ ਜਗਾਉਣੀ ਪੈਣੀ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਪਾਤਸ਼ਾਹ ਨੇ ਉਹਨਾਂ ਨੂੰ ਗੁਰਮਤਿ ਫਲਸਫਾ ਸਮਝਾਇਆ, ਉਹਨਾਂ ਦੇ ਅੰਦਰ ਯੁਰਤ ਭਰੀ। ਉਸ ਯੁਰਤ ਦਾ ਹੁਣ ਸਮਾਂ ਆ ਗਿਆ। 10 ਪਾਤਸ਼ਾਹੀਆਂ ਨੇ ਇਸੇ ਵਿਚਾਰ ਤੇ ਕੰਮ ਕੀਤਾ ਹੈ। ਮਹਾਰਾਜ ਪਾਤਸ਼ਾਹ ਨੇ ਉਹਨਾਂ ਦੇ ਅੰਦਰ ਇਹੋ ਜਿਹੀ ਅਣਖ ਭਰੀ ਕਿ ਅਤਿਆਚਾਰ ਦੇ ਵਿਰੁੱਧ ਡਟ ਕੇ ਸਾਹਮਣੇ ਮੁਕਾਬਲਾ ਕਰਨ ਲਈ ਉਹ ਤਿਆਰ ਬਰ ਤਿਆਰ ਹੋ ਗਏ। ਉਹੀ ਲੋਕ ਜਿਹੜੇ ਚਿੜੀ ਤੋਂ ਫਰ ਤੋਂ ਕੰਬਦੇ ਸੀ, ਡਰ ਜਾਂਦੇ ਸੀ, ਉਹੀ ਗੁਰੂ ਕਲਗੀਧਰ ਪਿਤਾ ਮਹਾਰਾਜ ਦੇ ਸਾਹਮਣੇ ਜਾ ਕੇ ਆਖਦੇ ਆ, ਪਾਤਸ਼ਾਹ ਇੱਕ ਵਾਰੀ ਆਗਿਆ ਕਰੋ, रख दूंगा सीना चीर के आगे, एक एक को धर लूंगा शमशीर के आगे। पहलो तो दुनिया झुकती सी तकदीर के आगे, अब तकदीर भी झुकेगी मेरी शमशीर के आगे। कहते आज्ञा ते करो एक बार, महाराज पातशाह एक बार आज्ञा करो। ये जीवन तुहाडे लेखे, अज तुसी सानू इन्हां संगलां चों बाहर कढिया, एक खंडे दी पौल दे के सानू इन्हां संगलां चों बाहर कढिया, जेड़े संगल सदियां तो मारे सी जातां पातां दे, सानू आजाद कर दिता। वेखो जिस वक्त उन्हां लोकां नू आजादी दिती ते कुछ लोकां नू बहुत इस गल ते चिड़ चढ़ी। उन्हां लोकां ने हुकूमत नाल सांझ बना के आनंदपुर नू घेरा पा लिया, गुरु पातशाह जी दी आवाज दबण दी कोशिश की। एक बेनती करां, ये मैं बेनती तां कर लगा क्योंकि साडे लिखारियां ने इस्लाम दे नाल जिहड़ी लड़ाई लवा छड्डी आ। साडी इस्लाम नाल कोई लड़ाई नहीं, जे लड़ाई इस्लाम नाल हुंदी ते साई मियां मीर जी
ਭਾਈ ਮਰਦਾਨਾ ਜੀ, ਭਾਈ ਭੀਖਣ ਜੀ, ਤੇ ਕਦੀ ਯਾਦ ਕਰੋ ਗਨੀ ਖਾਂ, ਨਬੀ ਖਾਂ ਵਰਗੇ ਜਿਹੜੇ ਗੁਰੂ ਕੇ ਪਿਆਰੇ ਸ਼ਰਧਾਲੂ ਨੇ। ਉਹਨਾਂ ਨੇ ਫਿਰ ਇਸ ਸਿੱਖੀ ਨੂੰ, ਵਿਚਾਰ ਨੂੰ ਕਿਵੇਂ ਅਪਣਾ ਲੈਣਾ ਸੀ? ਇਹਦਾ ਅਰਥ ਨਾ ਤੇ ਇਸਲਾਮ ਨਾਲ ਕੋਈ ਸਾਡਾ ਜਿਹੜੀ ਟੱਕਰ ਰਹੀ ਆ, ਇਸ ਗੱਲ ਨੂੰ ਸਮਝੀਏ, ਕਿਉਂਕਿ ਹੁਣ ਤੇ ਮੌਲਵੀ ਸਾਹਿਬ ਲੁਧਿਆਣੇ ਦੇ, ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਹੈ ਕਿ ਇਸਲਾਮ ਨਾਲ ਨਹੀਂ, ਇਹ ਅਸਲ ਦੇ ਵਿੱਚ ਹਕੂਮਤ ਨਾਲ ਟੱਕਰ ਸੀ, ਅਤਿਆਚਾਰੀ ਸਰਕਾਰ ਨਾਲ ਟੱਕਰ ਸੀ। ਅਤਿਆਚਾਰ ਕਰਨ ਵਾਲੀ ਸਰਕਾਰ ਹਮੇਸ਼ਾ ਧਰਮ ਦਾ ਮਖੌਟਾ ਪਾਉਂਦੀ ਹੈ। ਅੱਜ ਵੀ ਪਾਇਆ ਏ ਤੇ ਪਹਿਲਾਂ ਵੀ ਪਾਇਆ ਸੀ, ਇਹ ਯਾਦ ਰੱਖੋ। ਅੱਜ ਵੀ ਧਰਮ, ਸ਼ਾਇਦ ਇੱਕ ਗੱਲ ਯਾਦ ਰੱਖੋ, ਹੋ ਸਕਦਾ ਧਰਮ ਤਬਦੀਲ ਹੋ ਗਿਆ ਹੋਵੇ, ਧਰਮ ਬਦਲ ਗਿਆ ਹੋਵੇ, ਪਰ ਅੱਜ ਉਸ ਧਰਮ ਦੀ ਜਗ੍ਹਾ ਤੇ ਦੂਜੇ ਧਰਮ ਦਾ ਮਖੌਟਾ ਸਰਕਾਰਾਂ ਨੇ ਪਾ ਲਿਆ। ਅਤਿਆਚਾਰ ਉਸੇ ਤਰ੍ਹਾਂ ਕਾਇਮ ਹੈ, ਸੂਰਮਿਆਂ ਨੂੰ ਜੇਲ੍ਹਾਂ 'ਚ ਉਸੇ ਤਰ੍ਹਾਂ ਡੱਕਿਆ ਹੈ। ਇਸ ਗੱਲ ਨੂੰ ਅਸੀਂ ਚੰਗੀ ਤਰ੍ਹਾਂ ਸਮਝੀਏ ਕਿ ਸੱਚਮੁੱਚ ਇਹ ਅੱਜ ਵੀ ਉਸੇ ਤਰ੍ਹਾਂ ਵਾਪਰ ਰਿਹਾ ਹੈ। ਗੁਰੂ ਕਲਗੀਧਰ ਦੀ ਆਵਾਜ਼ ਦੱਬਣ ਵਾਸਤੇ ਆਨੰਦਪੁਰ ਨੂੰ ਘੇਰਾ ਪਾ ਲਿਆ। ਹੁਣ ਜਿਸ ਵਕਤ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ, ਇਤਿਹਾਸ ਕਹਿੰਦਾ 7 ਮਹੀਨੇ ਲਗਾਤਾਰ ਘੇਰਾ ਜਿਹੜਾ ਚੱਲਿਆ। ਤੁਸੀਂ ਆਪ ਸਿਆਣੇ ਜੇ, ਸਾਡੇ ਘਰ ਨੂੰ ਕੋਈ ਘੇਰਾ ਪਾ ਲਏ, ਅਸੀਂ ਘਰ ਦੇ ਅੰਦਰ ਆ, ਕਦੀ ਸੋਚ ਕੇ ਵੇਖੋ, ਮਨ ਵਿੱਚ ਇਹ ਖਿਆਲ ਪ੍ਰਗਟ ਕਰੋ, ਅਸੀਂ ਕਿੰਨੇ ਕੁ ਦਿਨਾਂ ਦਾ ਭੋਜਨ, ਲੰਗਰ ਜਿਹੜਾ ਆਪਣੇ ਘਰ ਵਿੱਚ ਰੱਖਾਂਗੇ, ਕਿੰਨੇ ਕੁ ਦਿਨ ਨਿਕਲਣਗੇ? ਵੱਧ ਤੋਂ ਵੱਧ ਇੰਜ ਕਹਿ ਲਈਏ ਤੇ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੱਧ ਤੋਂ ਵੱਧ 4 ਕੁ ਮਹੀਨੇ ਤੱਕ ਦਾ ਲੰਗਰ ਬਚਿਆ ਹੋਵੇਗਾ। ਬਾਕੀ ਦੇ ਮਹੀਨੇ ਭੁੱਖੇ ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਸਾਹਿਬਜ਼ਾਦਿਆਂ ਨੇ ਕੱਟੇ, ਪਰ ਇੱਕ ਪਰਮੇਸ਼ਰ ਦੀ ਬੰਦਗੀ ਨੂੰ ਨਹੀਂ ਤਿਆਗਿਆ, ਇੱਕ ਪਰਮੇਸ਼ਰ ਮਾਲਕ ਦੀ ਬੰਦਗੀ ਨੂੰ ਨਹੀਂ ਛੱਡਿਆ। ਕਿਉਂਕਿ ਜਿਹੜੇ ਬੰਦਗੀ ਕਰਨ, ਜਿਹੜੇ ਭਗਤੀ ਕਰਨ, ਪਰਮੇਸ਼ਰ ਆਪ ਉਹਨਾਂ ਦਾ ਸਹਾਈ ਹੁੰਦਾ ਹੈ। ਸਾਧ ਸੰਗਤ, ਇਤਿਹਾਸ ਕਹਿੰਦਾ ਝੂਠੀਆਂ ਕਸਮਾਂ ਖਾਧੀਆਂ, ਬਹੁਤ ਕੁਝ ਵਾਪਰਿਆ। ਮਹਾਰਾਜ ਪਾਤਸ਼ਾਹ ਜੀ ਕਸਮਾਂ ਦੇ ਉੱਤੇ ਕਦੀ ਵਿਸ਼ਵਾਸ ਨਹੀਂ ਕਰਦੇ, ਪਰ ਜਿਸ ਵਕਤ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਭੇਜੀ ਆ, ਵੇਖੋ ਗੁਰੂ ਕਲਗੀਧਰ ਪਿਤਾ ਦਾ ਦੂਸਰੇ ਦੇ ਧਾਰਮਿਕ ਗ੍ਰੰਥ ਪ੍ਰਤੀ ਆਦਰ। ਆਖਿਆ ਹੁਣ ਇਹਨਾਂ ਨੇ ਆਪਣੇ ਧਾਰਮਿਕ ਗ੍ਰੰਥ ਦੀ ਕਸਮ ਖਾਧੀ ਆ। ਬੇਸ਼ੱਕ ਇਹਨਾਂ ਦੀ ਖਾਧੀ ਕਸਮ ਤੇ ਸਾਨੂੰ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਪਰ ਹੁਣ ਅਸੀਂ ਇਸ ਆਨੰਦਪੁਰ ਦੀ ਧਰਤੀ ਨੂੰ ਛੱਡਾਂਗੇ। ਉਹਦਾ ਇੱਕ ਕਾਰਨ ਹੈ ਕਿ ਰਹਿੰਦੀ ਦੁਨੀਆ ਤੱਕ ਕਿਤੇ ਲੋਕ ਇਹ ਨਾ ਕਹਿਣ ਕਿ ਗੁਰੂ ਕਲਗੀਧਰ ਨੇ ਕੁਰਾਨ ਸ਼ਰੀਫ ਰੂਪੀ ਗ੍ਰੰਥ ਦਾ ਆਦਰ ਨਹੀਂ ਕੀਤਾ। ਮਹਾਰਾਜ ਆਦਰ ਕਰਦੇ ਆ, ਕਿਉਂਕਿ ਸਤਿਗੁਰੂ ਤੇ ਬਾਣੀ ਦੇ ਵਿੱਚ ਇੱਕ ਗੱਲ ਪੜ੍ਹਦੇ, ਅਸੀਂ ਪੜ੍ਹਦੇ ਆ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਝੂਠਾ ਉਹ ਆ ਜਿਹੜਾ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵਿਚਾਰ ਕੇ ਜੀਵਨ 'ਚ ਨਹੀਂ ਢਾਲਦਾ। ਇਹ ਗ੍ਰੰਥ ਝੂਠੇ ਨਹੀਂ, ਇਹ ਤਾਂ ਪਰਮੇਸ਼ਰ ਦੀਆਂ ਬਾਤਾਂ ਪਾਉਂਦੇ ਆ। ਸਾਧ ਸੰਗਤ, ਮਹਾਰਾਜ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਛੱਡਿਆ। ਅਸੀਂ ਇੱਕ ਗੱਲ ਨੋਟ ਕਰੀਏ ਕਿ ਜਦੋਂ ਕਾਫਲਾ ਤੁਰਿਆ ਹੈ ਆਨੰਦਪੁਰ ਸਾਹਿਬ ਦਾ, ਮਹਾਰਾਜ ਅੱਗੇ ਲੱਗ ਕੇ ਨਹੀਂ ਤੁਰੇ। ਸਤਿਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ 5 ਪਿਆਰੇ ਅੱਗੇ ਲਾਏ। ਇਹ ਕਾਫਲਾ 5 ਪਿਆਰਿਆਂ ਦੇ ਰਾਹੀਂ ਨਿਕਲਿਆ ਹੈ। ਉਸ ਤੋਂ ਪਿੱਛੇ ਵਿਚਕਾਰ ਛੋਟੇ ਸਾਹਿਬਜ਼ਾਦੇ, ਬਿਰਧ ਮਾਤਾ, ਮਾਤਾ ਗੁਜਰ ਕੌਰ, 85 ਸਾਲ ਉਮਰ ਸੀ ਮਾਤਾ ਦੀ। ਬਿਰਧ ਮਾਤਾ, ਮਾਤਾ ਗੁਜਰ ਕੌਰ ਗੁਰੂ ਕੇ ਮਹਿਲ ਤੇ ਨਾਲ ਛੋਟੇ ਸਾਹਿਬਜ਼ਾਦੇ, ਇਹ ਵਿਚਕਾਰ ਨੇ। ਤੇ ਸਭ ਤੋਂ ਪਿੱਛੇ ਗੁਰੂ ਕਲਗੀਧਰ ਪਿਤਾ ਮਹਾਰਾਜ ਬਾਬਾ ਜੁਝਾਰ ਸਿੰਘ, ਉਸ ਤੋਂ ਪਿੱਛੇ ਸਾਧ ਸੰਗਤ ਬਾਬਾ ਅਜੀਤ ਸਿੰਘ, ਕਿਉਂਕਿ ਗੁਰੂ ਕਲਗੀਧਰ ਮਹਾਰਾਜ ਜਾਣਦੇ ਆ ਕਿ ਹਮਲਾ ਪਿੱਛੋਂ ਹੋਣਾ ਹੈ, ਹਮਲਾ ਜਿਹੜਾ ਹੋਣਾ ਉਹ ਪਿੱਛੋਂ ਹੋਣਾ ਹੈ। ਇਸ ਕਰਕੇ ਮਹਾਰਾਜ ਆਪਣੇ ਪੁੱਤਰਾਂ ਨੂੰ ਲੁਕਾ ਕੇ ਨਹੀਂ ਖੜਨਾ ਚਾਹੁੰਦੇ। ਸਾਧ ਸੰਗਤ, ਫਿਰ ਅਸੀਂ ਸਾਰਾ ਜਾਣਦੇ ਆ, ਸਰਸਾ ਨਦੀ ਲਾਗੇ ਪਰਿਵਾਰ ਦਾ ਵਿਛੋੜਾ, ਉੱਥੇ ਜੰਗ ਵੀ ਹੋਈ। ਗੁਰੂ ਕਲਗੀਧਰ ਪਿਤਾ ਨੇ ਆਪਣੇ ਇਸ ਆਨੰਦਪੁਰ ਨੂੰ ਛੱਡਣ ਤੋਂ ਬਾਅਦ ਪਹਿਲਾ ਵਿਛੋੜਾ ਆਨੰਦਪੁਰ ਸਾਹਿਬ ਦਾ, ਸਾਰੇ ਰਾਹ ਫਿਰ ਵਿਛੋੜਾ ਹੀ ਚੱਲਿਆ, ਸਾਰੇ ਰਾਹ ਸਾਧ ਸੰਗਤ ਫਿਰ ਵਿਛੋੜਾ ਹੀ ਚੱਲਿਆ। ਆਨੰਦਪੁਰ ਦੇ ਵਾਸੀਆਂ ਨਾਲ ਵਿਛੋੜਾ, ਆਨੰਦਪੁਰ ਸਾਹਿਬ ਨਾਲ ਵਿਛੋੜਾ, ਸਰਸਾ ਨਦੀ ਲਾਗੇ ਗੁਰੂ ਕੇ ਪਿਆਰੇ ਸ਼ਹੀਦ ਹੋ ਗਏ, ਉੱਥੇ ਵਿਛੋੜਾ। ਉੱਥੇ 3 ਹਿੱਸਿਆਂ 'ਚ ਪਰਿਵਾਰ ਵੰਡਿਆ ਗਿਆ। ਪਰਿਵਾਰ ਨਾਲੋਂ ਵਿਛੋੜਾ ਚਮਕੌਰ ਦੀ ਗੜੀ ਵਿੱਚ ਜਾ ਕੇ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ। ਜਕਾਰੇ ਛੱਡੇ ਗੁਰੂ ਪਿਤਾ ਨੇ।
ਉੱਥੇ ਗੁਰੂ ਪਿਤਾ ਦੇ ਪਿਆਰੇ ਸਿੰਘਾਂ ਦਾ ਵਿਛੋੜਾ, ਗੁਰੂ ਪਿਤਾ ਦੇ ਵੱਡੇ ਸਾਹਿਬਜ਼ਾਦਿਆਂ ਦਾ ਵਿਛੋੜਾ। ਤੇ ਫਿਰ ਕਦੀ ਨੋਟ ਕਰੋ, ਸਾਰੀ ਜ਼ਿੰਦਗੀ ਸਾਰੇ ਜੀਵਨ 'ਚ ਵਿਛੋੜਾ ਹੀ ਗੁਰੂ ਪਿਤਾ ਸਹਿੰਦੇ ਗਏ, ਵਿਛੋੜਾ ਹੀ ਉਹਨਾਂ ਨੇ ਜੀਵਨ ਦੇ ਵਿੱਚ। ਪਰ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਚੀਜ਼ ਨਹੀਂ ਖਤਮ ਹੋਈ, ਉਹ ਸੀ ਪਟਨੇ ਦੀ ਧਰਤੀ ਤੋਂ ਜਿੱਦਣ ਤੁਰੇ ਉਹਨਾਂ ਦੇ ਚਿਹਰੇ ਦਾ ਆਨੰਦ। ਪਟਨੇ ਦੀ ਧਰਤੀ ਤੋਂ ਤੁਰੇ ਸੀ, ਚਿਹਰੇ ਦਾ ਆਨੰਦ ਉਸੇ ਤਰ੍ਹਾਂ ਪਿਤਾ ਜਿਹੜਾ ਵਾ ਸੀਸ ਝੋਲੀ 'ਚ ਪਵਾਇਆ, ਜਦੋਂ ਗੁਰਗੱਦੀ ਤੇ ਬੈਠੇ ਆ ਉਦੋਂ ਵੀ ਚਿਹਰੇ ਦਾ ਆਨੰਦ ਉਸੇ ਤਰ੍ਹਾਂ ਕਾਇਮ ਹੈ। ਸਾਧ ਸੰਗਤ, ਅਨੰਦਪੁਰ ਵਿਛੜ ਗਿਆ, ਵਿਛੋੜੇ ਜੀਵਨ ਦੇ ਵਿੱਚ ਸਹੇ, ਮਾਛੀਵਾੜੇ ਦੇ ਜੰਗਲਾਂ ਵਿੱਚ ਤੱਕ ਗੁਰੂ ਪਾਤਸ਼ਾਹ ਮਹਾਰਾਜ ਦੇ ਚਿਹਰੇ ਦਾ ਆਨੰਦ ਅਸੀਂ ਪੜ੍ਹਦੇ ਹਾਂ। ਮਹਾਰਾਜ ਨੇ ਇੱਕ ਚੀਜ਼ ਨਹੀਂ ਤਿਆਗੀ, ਪਤਾ ਕਿਹੜੀ? ਉਹ ਹੈ ਗੁਰੂ ਕੀ ਬਾਣੀ। ਜਦੋਂ ਆਪਾਂ ਪੜ੍ਹਦੇ ਹਾਂ ਇਤਿਹਾਸ 'ਚ, ਕਦੀ ਇਸ ਗੱਲ ਨੂੰ ਨੋਟ ਕਰੋ, ਮਹਾਰਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਜਦੋਂ ਤੁਰਨ ਲੱਗਦੇ ਆ ਉਦੋਂ ਪਰਮੇਸ਼ਰ ਦੀਆਂ ਉਸ ਅੰਮ੍ਰਿਤ ਵੇਲੇ ਬਾਤਾਂ ਪਾਉਂਦੇ ਆ। ਤੇ ਉਸ ਤੋਂ ਬਾਅਦ ਸਾਧ ਸੰਗਤ ਅਸੀਂ ਪੜ੍ਹਦੇ ਆ ਸਰਸਾ ਨਦੀ ਲਾਗੇ ਜਾ ਕੇ ਵੀ ਉਹਨਾਂ ਨੇ ਬਾਣੀ ਨੂੰ ਨਹੀਂ ਤਿਆਗਿਆ। ਉਸ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਰਾਤ ਕੱਟੀ ਆ, ਉੱਥੇ ਰਾਤ ਕੱਟਣ ਤੋਂ ਬਾਅਦ ਵੀ ਗੁਰੂ ਪਾਤਸ਼ਾਹ ਨੇ ਬਾਣੀ ਨੂੰ ਨਹੀਂ ਛੱਡਿਆ। ਉੱਥੇ ਗੁਰੂ ਕਿਆ ਸਿੰਘਾਂ ਨਾਲ ਬੈਠ ਕੇ ਉਸ ਪਰਮੇਸ਼ਰ ਮਾਲਕ ਦੀਆਂ ਬਾਤਾਂ ਪਾਈਆਂ, ਸੋਦਰ ਦੀ ਬਾਣੀ ਪੜ੍ਹੀ ਗਈ। ਮਾਛੀਵਾੜੇ 'ਚ ਦੀਵਾਨ ਸਜਾਏ, ਉੱਥੇ ਮਾਛੀਵਾੜੇ ਕੱਲੇ ਬੈਠੇ ਗੁਰੂ ਪਾਤਸ਼ਾਹ ਮਹਾਰਾਜ ਨੇ, ਯਾਦ ਰੱਖੋ, ਨਿਤਨੇਮ ਕੀਤਾ, ਪਰਮੇਸ਼ਰ ਦੀਆਂ ਬਾਤਾਂ ਪਾਈਆਂ। ਉਹਨਾਂ ਨੇ ਪਰਮੇਸ਼ਰ ਦੀਆਂ ਬਾਤਾਂ ਨੂੰ ਨਹੀਂ ਛੱਡਿਆ। ਤੇ ਪਰਿਵਾਰ ਵਿਛੜ ਗਿਆ। ਕਦੀ ਇੱਕ ਬੇਨਤੀ ਕਰਾਂ, ਪਰਿਵਾਰ ਦੇ ਵਿੱਚੋਂ ਬਿਰਧ ਮਾਤਾ ਗੁਜਰ ਕੌਰ ਜੀ, ਸਾਧ ਸੰਗਤ 85 ਸਾਲ ਉਮਰ, 7 ਤੇ 9 ਸਾਲ ਦੇ ਪੋਤਰਿਆਂ ਨੂੰ ਨਾਲ ਲੈ ਕੇ ਨੰਗੇ ਪੈਰੀ ਸਰਸਾ ਨਦੀ 'ਚ ਆਏ। ਹੜ੍ਹ ਤੇ ਸਰਸਾ ਨਦੀ ਲਾਗੇ ਹੋਈ ਜੰਗ ਨੇ ਉਹਨਾਂ ਦੀਆਂ ਜੁੱਤੀਆਂ ਨੂੰ ਖੋਲਿਆ। ਉੱਥੋਂ ਨੰਗੇ ਪੈਰੀ ਛੋਟੇ ਸਾਹਿਬਜ਼ਾਦੇ ਕਰੀਮ ਬਖਸ਼ ਦੇ ਘਰ ਕੁੰਮੇ ਮਾਸ਼ਕੀ ਦੀ ਉਸ ਝੁੱਗੀ ਦੇ ਵਿੱਚ ਰਾਤ ਕੱਟੀ ਆ। ਇੱਥੇ ਆ ਕੇ ਪਹਿਲੀ ਵਾਰ ਮਹਿਸੂਸ ਕਰੋ, ਜਿਹੜੀ ਕੌਮ ਲੰਗਰ ਲਾਂਦੀ ਆ ਜਗ੍ਹਾ ਜਗ੍ਹਾ, ਕਿਤੇ ਆਫਤ ਆ ਜਾਏ, ਕੌਮ ਸਿੱਖ ਕੌਮ ਉੱਥੇ ਲੰਗਰ ਲੈ ਕੇ ਪਹੁੰਚਦੀ ਆ। ਉਹਨਾਂ ਦੇ ਗੁਰੂ ਦੇ ਪੁੱਤਰਾਂ ਨੇ, ਯਾਦ ਰੱਖੋ, ਕਈ ਮਹੀਨੇ ਭੋਜਨ ਨਹੀਂ ਛਕਿਆ, ਕਈ ਮਹੀਨੇ ਲੰਗਰ ਨਹੀਂ ਛਕਿਆ। ਕੁੰਮੇ ਮਾਸ਼ਕੀ ਦੇ ਘਰ ਵਿੱਚ ਬੈਠ ਕੇ ਉਹਨਾਂ ਨੇ ਬੀਬੀ ਲక్ష్ਮੀ ਬਾਈ ਦੇ ਕੋਲੋਂ, ਸਾਧ ਸੰਗਤ, ਉੱਥੋਂ ਮਸਰਾਂ ਦੀ ਦਾਲ ਦੇ ਨਾਲ ਰੋਟੀ ਖਾਧੀ। ਇਹ ਦੁੰਨਾ ਸਿੰਘ ਹੰਡੂਰੀਏ ਨੇ ਕਥਾ ਗੁਰਸੁੱਤਨ ਕੀ ਵਿਚਾਰ ਵਿੱਚ ਲਿਖੀ ਆ, ਆਪਾਂ ਪੜ੍ਹਦੇ ਆ। ਉੱਥੋਂ ਫਿਰ ਗੰਗੂ ਵਰਗੇ ਦੁਸ਼ਟਾਂ ਨੇ ਅਪਰਾਧ ਕੀਤਾ, ਕਿਵੇਂ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਦੇਣ ਵਾਸਤੇ ਸਰਹੰਦ ਤੱਕ ਸਾਰਾ ਕਾਂਡ ਜਿਹੜਾ ਵਾਪਰਿਆ। ਇੱਕ ਮੈਂ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕਵੀ ਅੱਲਾ ਯਾਰ ਖਾਂ ਜੋਗੀ ਇੱਕ ਗੱਲ ਲਿਖਦਾ ਹੈ। ਪਤਾ ਕੀ ਲਿਖਦਾ ਹੈ? ਕਹਿੰਦਾ 4 ਪੁੱਤਰ ਸ਼ਹੀਦ ਹੋ ਗਏ, ਪਿਆਰੇ ਸਿੰਘ ਸ਼ਹੀਦ ਹੋ ਗਏ, ਪਰ ਗੁਰੂ ਪਾਤਸ਼ਾਹ ਦੇ ਜੀਵਨ ਦਾ ਆਨੰਦ ਨਹੀਂ ਮਿਟਿਆ। ਕਟਵਾ ਕੇ ਚਾਰੋਂ ਪਿਸਰ, एक आंसू ना गिराया, रुतबा गुरु गोविंद ने ऋषियों का बढ़ाया। बस एक हिंद में तीर्थ है यात्रा के लिए। ए हिंदुस्तान लोको एक गल पल्ले बन लो, ए धरती नूं तुसी तीर्थां दी धरती कहंदे जे। कवि अल्लाह यार खा जोगी आखदा है बाकी ते कोई तीर्थ मैनूं नजर नहीं आउंदा, मैनूं ते इक्को एक तीर्थ नजर आउंदा है, कटाए बाप ने बच्चे जे खुदा के लिए। जिस परमेश्वर वास्ते, जिस सच वास्ते, जिस सूरज नूं मगदा रहण वास्ते गुरु पातशाह महाराज ने अपने पुत्रां नूं शहीद करवा लिया, पर एक अथरू तक नहीं डिगण देता। एक अथरू नहीं अख दे विचों डिग्या। कटवा के चारों पिसर, एक आंसू ना गिराया। रुतबा गुरु गोविंद ने ऋषियों का बढ़ाया। बस एक हित में तीर्थ है यात्रा के लिए, कटाए बाप ने बच्चे जे खुदा के लिए। एक बेनती करा साध संगत, समय की समाप्ति आ, मैं ये बेनती करके समाप्ति कर देनी। ये जिहड़ी जंग सी ना, ये विचारधारा की जंग है ते अज भी चल रही है। एक किताब लिखी है साडी कौम ने, वो किताब बड़ी वंडी, लाला दौलत राय आर्या ने उर्दू च किताब लिखी सी, सवान उमरी
ਗੁਰੂ ਗੋਬਿੰਦ ਸਿੰਘ। ਸਾਧ ਸੰਗਤ ਉਹ ਕਿਤਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਪ੍ਰਤੀ ਉਹ ਵਿਚਾਰ ਗੁਰੂ ਗੋਬਿੰਦ ਸਿੰਘ ਦਾ ਸਹੀ ਜੀਵਨ ਨਹੀਂ ਪੇਸ਼ ਕਰਦੀ, ਪਰ ਪ੍ਰਚਾਰਕਾਂ ਨੇ ਵਿਚਾਰਕਾਂ ਨੇ ਉਸ ਕਿਤਾਬ ਨੂੰ ਬਹੁਤ ਵੰਡਿਆ। ਉਹ ਕਿਉਂ ਨਹੀਂ ਸਹੀ ਪੇਸ਼ ਕਰਦੀ? ਕਿਉਂਕਿ ਉਹਨਾਂ ਲੋਕਾਂ ਦੀ ਸੋਚ ਕਹਿੰਦੀ ਆ ਇਸਲਾਮ ਨਾਲ ਸਿੱਖੀ ਦਾ ਜਿਹੜਾ ਵਾ ਝਗੜਾ ਪਵਾਇਆ ਜਾਏ ਤੇ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਇੱਕ ਧਿਰ ਦਾ ਸਥਾਪਿਤ ਕੀਤਾ ਜਾਏ। ਜਿਹੜੇ ਗੁਰਦੇਵ ਇਹ ਸੁਨੇਹਾ ਦਿੰਦੇ ਆ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਉਸ ਗੁਰਦੇਵ ਦੇ ਜੀਵਨ ਨੂੰ ਉਸਨੇ ਯਾਦ ਰੱਖੋ ਆਪਣੇ ਢੰਗ ਨਾਲ ਲਿਖਿਆ। ਬੇਸ਼ੱਕ ਹਰ ਇੱਕ ਦੀ ਆਪਣੀ ਫਿਤਰਤ ਤੇ ਉਹਨੇ ਸਿਫਤ ਬੜੀ ਕੀਤੀ। ਉਹਨੇ ਆਖਿਆ ਇਸ ਭਾਰਤ ਦੀ ਧਰਤੀ ਦੇ ਉੱਤੇ ਨਾ ਤਾਂ ਕੋਈ ਹੋਰ ਵਿਅਕਤੀ ਉੱਠ ਕੇ ਇਹ ਯੁਰਤ ਕਰ ਸਕਿਆ, ਨਾ ਕੋਈ ਦੇਵੀ ਦੇਵਤਾ ਇਹ ਯੁਰਤ ਕਰ ਸਕਿਆ, ਨਾ ਕੋਈ ਪੈਗੰਬਰ ਇਥੋਂ ਦਾ ਯੁਰਤ ਕਰ ਸਕਿਆ ਕਿ ਜਿਹੜਾ ਇਹਨਾਂ ਲੋਕਾਂ ਨੂੰ ਬਰਾਬਰ ਕਰ ਸਕੇ। ਇੱਕ ਗੁਰੂ ਕਲਗੀਧਰ ਪਿਤਾ ਹੀ ਸੀ ਜਿਨੇ ਇਹਨਾਂ ਲੋਕਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ, ਇਹਨਾਂ ਨੂੰ ਅਣਖ ਇਹਨਾਂ ਦੇ ਅੰਦਰ ਜਗਾਈ। ਇਸ ਕਰਕੇ ਮੈਂ ਬੇਨਤੀ ਕਰਾਂ, ਜਦੋਂ ਗੁਰੂ ਇਤਿਹਾਸ ਪੜ੍ਹੋ, ਅੱਖਾਂ ਖੋਲ ਕੇ ਪੜ੍ਹੀਏ। ਜਦੋਂ ਗੁਰੂ ਇਤਿਹਾਸ ਦਾ ਪ੍ਰਚਾਰ ਕਰੀਏ, ਇੱਕ ਚੀਜ਼ ਆਪਣੇ ਜੀਵਨ ਦੇ ਵਿੱਚ ਵਸਾ ਲਓ। ਮੈਂ 3 ਚੀਜ਼ਾਂ ਕਹਿ ਕੇ ਸਮਾਪਤੀ ਕਰਨ ਲੱਗਾ। ਕੌਮ ਦੇ ਕੋਲ 3 ਚੀਜ਼ਾਂ ਹੋਣੀਆਂ ਬੜੀਆਂ ਜ਼ਰੂਰੀ ਆ। ਪਹਿਲਾ, ਇੱਕ ਗੱਲ ਯਾਦ ਰੱਖੋ ਕਿ ਜਿਹੜੇ ਪੈਗੰਬਰਾਂ ਨੇ ਜਿਹੜਾ ਉਪਦੇਸ਼ ਦ੍ਰਿੜ ਕਰਵਾਇਆ ਹੁੰਦਾ, ਉਸ ਉਪਦੇਸ਼ ਨੂੰ ਹੂਬਹੂ ਉਸੇ ਤਰ੍ਹਾਂ ਪ੍ਰਚਾਰਨਾ, ਉਸੇ ਤਰ੍ਹਾਂ ਰੱਖਣਾ। ਜਿਵੇਂ ਸਾਡੇ ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਉਪਦੇਸ਼ ਰੂਪ ਵਿੱਚ ਫਲਸਫਾ ਦਿੱਤਾ ਹੈ। ਦੂਜੀ ਚੀਜ਼ ਯਾਦ ਰੱਖੋ, ਆਪਣਾ ਇਤਿਹਾਸ ਜਿਸ ਤਰ੍ਹਾਂ ਦਾ ਇਤਿਹਾਸ ਰਚਿਆ ਹੋਵੇ ਉਸੇ ਤਰ੍ਹਾਂ ਦਾ ਇਤਿਹਾਸ ਪੇਸ਼ ਕਰਨਾ। ਤੀਸਰੀ ਚੀਜ਼ ਤੁਹਾਡੀ ਭਾਸ਼ਾ। ਇਹ 3 ਚੀਜ਼ਾਂ ਇੱਕ ਕੌਮ ਨੂੰ ਜਿਉਂਦੇ ਰੱਖਦੀਆਂ ਨੇ। ਜੇ ਤੁਹਾਡੀ ਭਾਸ਼ਾ ਨਹੀਂ, ਜੇ ਤੁਹਾਡਾ ਉਸ ਰੂਪ ਦਾ ਇਤਿਹਾਸ ਨਹੀਂ, ਜੇ ਤੁਹਾਡੇ ਕੋਲੋਂ ਫਲਸਫਾ ਨਹੀਂ ਰਿਹਾ ਜਿਸ ਫਲਸਫੇ ਦੇ ਵਾਸਤੇ ਤੁਹਾਡੇ ਪੈਗੰਬਰਾਂ ਨੇ ਸ਼ਹਾਦਤਾਂ ਦਿੱਤੀਆਂ, ਗੁਰੂਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ, ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਦੇ ਕੇ ਉਸ ਫਲਸਫੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ, ਜੇ 3 ਚੀਜ਼ਾਂ ਨਹੀਂ ਤੇ ਉਹ ਕੌਮ ਸੰਸਾਰ ਤੋਂ ਮਿਟ ਜਾਂਦੀ ਆ। ਇਹ ਫੈਸਲਾ ਤੁਸੀਂ ਕਰਨਾ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਦੇ ਆ ਕਿ ਨਹੀਂ ਬੋਲਦੇ। ਇਹ ਫੈਸਲਾ ਤੁਸੀਂ ਕਰਨਾ ਹੈ ਕਿ ਇਤਿਹਾਸ ਨੂੰ ਗੁਰਮਤ ਦੀ ਨਿਗਾਹ ਰਾਹੀਂ ਵੇਖ ਕੇ ਪੜ੍ਹਦੇ ਆ ਕਿ ਨਹੀਂ ਪੜ੍ਹਦੇ। ਇਹ ਫੈਸਲਾ ਤੁਸੀਂ ਕਰਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਹੀ ਵਿਚਾਰ ਅਸੀਂ ਕਰਦੇ ਆ ਕਿ ਨਹੀਂ ਕਰਦੇ। ਇਸ ਕਰਕੇ ਯਾਦ ਰੱਖੋ, ਇਹ 3 ਚੀਜ਼ਾਂ ਤੁਹਾਡੀ ਕੌਮ ਨੂੰ ਬਚਾ ਸਕਦੀਆਂ ਨੇ। ਇਸ ਕਰਕੇ ਇਹਨਾਂ 3 ਚੀਜ਼ਾਂ ਨੂੰ ਬਚਾ ਕੇ ਰੱਖੋ। ਇਹਨਾਂ ਦੇ ਵਿੱਚ ਕੋਈ ਰਲਗੰਢ, ਕੋਈ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ। ਇਸ ਕਰਕੇ ਆਵਾਜ਼ ਉਠਾਓ, ਕਿਉਂਕਿ ਅੱਜ ਤੁਹਾਡੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ ਪੰਜਾਬ 'ਚ, ਪੰਜਾਬੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉੱਥੋਂ ਜੰਮੂ ਦੇ ਵਿੱਚ ਵੀ ਇਹ ਜਿਹੜੀਆਂ ਵਿਚਾਰਾਂ ਚੱਲ ਰਹੀਆਂ, ਜੇ ਅੱਜ ਨਾ ਉੱਠੇ ਤੇ ਰਹਿੰਦਾ ਜਿਹੜਾ ਸੁਨੇਹਾ ਯਾਦ ਰੱਖੋ, ਅੱਜ ਨਾ ਉੱਠੇ ਤੇ ਕੁਝ ਨਹੀਂ ਕਰ ਸਕਦੇ। ਇਸ ਕਰਕੇ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ, ਆਪਣੇ ਬੱਚਿਆਂ ਨੂੰ ਉਹ ਸਹੀ ਰੂਪ ਦੇ ਵਿੱਚ ਜਿਹੜਾ ਇਤਿਹਾਸ ਰਚਿਆ ਉਹ ਦੱਸੋ, ਤੇ ਗੁਰਮਤ ਫਲਸਫਾ ਆਪ ਪੜੋ ਤੇ ਆਪ ਉਸ ਫਲਸਫੇ ਨੂੰ ਜੀਵਨ ਚ ਕਮਾਓ। ਸਾਧ ਸੰਗਤ, ਇੱਕ ਸੱਜਣ ਨੇ ਮੈਨੂੰ ਗੱਲ ਕਹੀ, ਕਹਿੰਦੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ, ਗੁਰੂ ਕੇ ਸਿੰਘਾਂ ਨੇ ਸ਼ਹਾਦਤ ਦਿੱਤੀ, ਅਸੀਂ ਕੀ ਕੀਤਾ? ਮੇਰੇ ਅੱਗੇ ਬਹੁਤ ਵੱਡਾ ਸਵਾਲ ਸੀ। ਮੈਂ ਤੇ ਉਸ ਤਰ੍ਹਾਂ ਦਾ ਇਤਿਹਾਸ ਵੀ ਨਾ ਦੱਸ ਸਕਿਆ, ਮੈਂ ਤੇ ਉਸ ਤਰ੍ਹਾਂ ਦੀ ਵਿਚਾਰ ਵੀ ਨਾ ਸਮਝਾ ਸਕਿਆ ਕਿਸੇ ਨੂੰ। ਫਿਰ ਮੈਂ ਕੀਤਾ? ਇਹ ਅਸੀਂ ਸਾਰਿਆਂ ਨੇ ਸੋਚਣਾ ਹੈ ਕਿ ਅਸੀਂ ਕੀ ਕਰਨਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਇਹਨਾਂ ਨੌਜਵਾਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ, ਜਿੱਥੇ ਇੱਕ ਪਾਸੇ ਲੋਕ ਅਖੌਤੀ ਜਸ਼ਨ ਵਿੱਚ ਮਸਤ ਨੇ, ਉੱਥੇ ਅੱਜ ਆਪ ਸਮੂਹ ਸੰਗਤਾਂ ਮਿਲ ਜੁਲ ਬੈਠ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ। ਮੈਂ ਇਹਨਾਂ ਵੀਰਾਂ ਨੂੰ ਇੱਥੋਂ ਮੁਬਾਰਕਬਾਦ ਦਿੰਦਾ ਵਾਂ ਕਿ ਤੁਸੀਂ ਬਹੁਤ ਵਧੀਆ ਸੋਚ ਲੈ ਕੇ ਤੁਰੇ ਹੋ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਿਰਪਾ ਕਰਨ। ਇੱਥੋਂ ਦੀ ਇਸਤਰੀ ਸਾਧ-ਸੰਗ ਸਭਾ ਦਾ ਧੰਨਵਾਦ, ਪ੍ਰਬੰਧਕ ਕਮੇਟੀ ਦਾ ਧੰਨਵਾਦ, ਨੌਜਵਾਨ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਸਾਫ ਸੰਗਤ ਦੇ ਦਰਸ਼ਨ ਕਰਵਾਏ। ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोने हाल सा